ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਆਪ ਸਭ ਸੰਗਤਾਂ ਨਾਲ 2 ਜੂਨ ਦਰਬਾਰ ਸਾਹਿਬ ਦੇ ਅੰਦਰਲੇ ਵਾਤਾਵਰਣ ਬਾਰੇ ਵਿਚਾਰ ਕਰਾਂਗੇ ਕਿ ਦਰਬਾਰ ਸਾਹਿਬ ਦੇ ਅੰਦਰ ਕੀ ਵਾਪਰ ਰਿਹਾ ਸੀ। 2 ਜੂਨ ਨੂੰ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਕਰਫਿਊ ਲੱਗਾ ਹੋਇਆ ਸੀ। ਖਾਸ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਕਰਫਿਊ ਦੀ ਲਪੇਟ ਵਿੱਚ ਸੀ। ਸ਼੍ਰੀ ਦਰਬਾਰ ਸਾਹਿਬ ਦੇ ਚਾਰ ਚੁਫੇਰੇ CRPF ਅਤੇ BSF ਦਾ ਸਖਤ ਪਹਿਰਾ ਅਤੇ ਹਥਿਆਰਬੰਦ ਦਸਤਿਆਂ ਦੀ ਗਸ਼ਤ ਜਾਰੀ ਸੀ। ਜਿਨ੍ਹਾਂ ਰਸਤਿਆਂ ਤੋਂ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਹਮੇਸ਼ਾ ਭਰਮਾਰ ਹੁੰਦੀ ਸੀ, ਅੱਜ ਉੱਥੇ ਦਹਿਸ਼ਤ ਦਾ ਮਾਹੌਲ ਛਾਇਆ ਹੋਇਆ ਸੀ। ਕੰਪਲੈਕਸ ਦੇ ਆਲੇ ਦੁਆਲੇ ਦੀਆਂ ਉੱਚੀਆਂ ਇਮਾਰਤਾਂ ਉੱਪਰ CRP ਵੱਲੋਂ ਬਣਾਏ ਮੋਰਚਿਆਂ ਨੂੰ ਫੌਜੀ ਅਫਸਰਾਂ ਦੀ ਸਲਾਹ ਨਾਲ ਨਵੀਂ ਤਰ੍ਹਾਂ ਦੀ ਮਜ਼ਬੂਤੀ ਦਿੱਤੀ ਜਾ ਰਹੀ ਸੀ ਅਤੇ ਕਈ ਨਵੀਆਂ ਅਤੇ ਉੱਚੀਆਂ ਥਾਵਾਂ 'ਤੇ ਫੌਜ ਵੱਲੋਂ ਹੋਰ ਮੋਰਚੇ ਬਣਾਏ ਜਾ ਰਹੇ ਸਨ। ਫੌਜ ਦੀ ਇਹ ਹਿਲਜੁਲ ਕੰਪਲੈਕਸ ਦੀਆਂ ਅੰਦਰਲੀਆਂ ਇਮਾਰਤਾਂ ਤੋਂ ਸਾਫ਼ ਨਜ਼ਰੀ ਪੈ ਰਹੀ ਸੀ। ਕਰਫਿਊ ਲੱਗਾ ਹੋਣ ਕਾਰਨ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੀ ਆਵਾਜਾਈ ਬਹੁਤ ਘੱਟ ਸੀ। ਪਰ ਬੀਤੇ ਕੱਲ੍ਹ ਤੋਂ ਸ਼੍ਰੀ ਦਰਬਾਰ ਸਾਹਿਬ ਅੰਦਰ ਰੁਕੇ ਹੋਏ ਸ਼ਰਧਾਲੂਆਂ, ਧਰਮਯੁੱਧ ਮੋਰਚੇ ਲਈ ਗ੍ਰਿਫਤਾਰੀਆਂ ਦੇਣ ਲਈ ਆਏ ਹੋਏ ਜਥੇ, ਸ਼੍ਰੋਮਣੀ ਕਮੇਟੀ ਮੁਲਾਜ਼ਮ, ਟਕਸਾਲ ਫੈਡਰੇਸ਼ਨ ਅਤੇ ਬੱਬਰ ਖਾਲਸਾ ਦੇ ਸਿੰਘ ਸ਼੍ਰੀ ਦਰਬਾਰ ਸਾਹਿਬ ਦੇ ਪਰਿਕਰਮਾ ਦੇ ਬਰਾਂਡਿਆਂ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਖੜੇ ਦਿਖਾਈ ਦੇ ਰਹੇ ਸਨ। ਸਭ ਦੇ ਚਿਹਰਿਆਂ 'ਤੇ ਅਜੀਬ ਜਿਹਾ ਜਜ਼ਬਾਤ ਸਨ, ਜਿਸ ਵਿੱਚ ਗੁਰੂ ਧਾਮਾਂ ਲਈ ਅਥਾਹ ਪਿਆਰ ਅਤੇ ਸ਼ਰਧਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਹਿਸਾਸ, ਪੰਥ ਦੇ ਦੁਸ਼ਮਣਾਂ ਲਈ ਨਫ਼ਰਤ, ਗੁੱਸੇ ਅਤੇ ਰੋਹ ਦੀ ਝਲਕ ਸਾਫ਼ ਦਿਖਾਈ ਦੇ ਰਹੀ ਸੀ। ਪਰਿਕਰਮਾ ਦੇ ਵਰਾਂਡਿਆਂ ਵਿੱਚ ਲੱਗੀਆਂ ਗੋਲੀਆਂ ਦੇ ਨਿਸ਼ਾਨ ਅਤੇ ਦਰਬਾਰ ਸਾਹਿਬ ਦੇ ਸੁਨਹਿਰੀ ਗੁੰਬਦ ਵਿੱਚ ਵੱਜੀਆਂ ਗੋਲੀਆਂ ਅਤੇ ਕਈ ਥਾਂ ਤੋਂ ਆਰ-ਪਾਰ ਹੋਏ ਸੁਰਾਖ ਵੇਖ ਕੇ ਸੰਗਤਾਂ ਦੇ ਉਪਰਾਮ ਖਿਆਲਾਂ ਵਿੱਚ ਪਸੀਜੇ ਹੋਏ ਹਿਰਦਿਆਂ ਦੇ ਜੋ ਹਾਲਾਤ ਸਨ, ਉਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ 32 ਵੱਡੇ ਨਿਸ਼ਾਨ ਕੇਵਲ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੀ ਸੰਗਤਾਂ ਨੇ ਗਿਣੇ ਸਨ ਅਤੇ ਆਸੇ-ਪਾਸੇ ਦੀਆਂ ਬਿਲਡਿੰਗਾਂ ਅਤੇ ਪਰਿਕਰਮਾ ਦੇ ਵਰਾਂਡਿਆਂ ਵਿਚਲੇ ਕਮਰਿਆਂ ਵਿੱਚ ਵੱਜੀਆਂ ਗੋਲੀਆਂ ਦੇ ਨਿਸ਼ਾਨ ਤਾਂ ਅਣਗਿਣਤ ਹੀ ਸਨ। ਸਵੇਰੇ 9 ਵਜੇ ਦੇ ਲਗਭਗ ਕੁਝ ਅਖਬਾਰ ਨਵੀਸ ਅਤੇ ਫੋਟੋਗ੍ਰਾਫਰ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ 'ਤੇ ਦਿੱਲੀ ਤੋਂ ਟਾਈਮਜ਼ ਆਫ ਇੰਡੀਆ ਦੇ ਸੁਭਾਸ਼ ਕਿਰਪੇਕਰ ਤੇ ਲੰਡਨ ਗਾਰਡੀਅਨ ਦੇ ਸ਼੍ਰੀ ਅਜੇ ਬੋਸ ਵੀ 1 ਜੂਨ ਦੀ ਰਾਤ ਨੂੰ ਹੀ ਇੱਥੇ ਪਹੁੰਚ ਗਏ ਸਨ, ਜਿਨ੍ਹਾਂ ਨੇ ਬੀਤੇ ਕੱਲ੍ਹ CRPF ਵੱਲੋਂ ਸ਼੍ਰੀ ਦਰਬਾਰ ਸਾਹਿਬ ਉੱਪਰ ਕੀਤੀ ਗੋਲੀਬਾਰੀ ਬਾਰੇ ਵਿਸ਼ੇਸ਼ ਰਿਪੋਰਟ ਆਪੋ ਆਪਣੇ ਅਖਬਾਰਾਂ ਲਈ ਪ੍ਰਾਪਤ ਕਰਨੀ ਸੀ। ਇਹਨਾਂ ਨੇ DC ਤੋਂ ਕਰਫਿਊ ਪਾਸ ਪ੍ਰਾਪਤ ਕੀਤੇ ਅਤੇ ਸ਼੍ਰੀ ਦਰਬਾਰ ਸਾਹਿਬ ਪਹੁੰਚ ਗਏ। ਇਹ ਸਾਰੇ ਹੀ ਸਿੱਧੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਅਤੇ ਉੱਥੇ ਲੱਗੀਆਂ ਹੋਈਆਂ ਗੋਲੀਆਂ ਦੇ ਨਿਸ਼ਾਨਾਂ ਦੀ ਗਿਣਤੀ ਕਰਨ ਲੱਗੇ ਅਤੇ ਵੱਖ-ਵੱਖ ਦਿਸ਼ਾਵਾਂ ਤੋਂ ਲੱਗੀਆਂ ਹੋਈਆਂ ਗੋਲੀਆਂ ਦੀਆਂ ਫੋਟੋਆਂ ਵੀ ਖਿੱਚੀਆਂ। ਪੱਤਰਕਾਰਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀ ਗੁੰਬਦ ਵਿੱਚ ਲੱਗੀਆਂ ਹੋਈਆਂ ਗੋਲੀਆਂ ਦੇ ਨਿਸ਼ਾਨ ਵੀ ਵੇਖੇ ਸਨ। ਸ਼੍ਰੀ ਹਰਿਮੰਦਰ ਸਾਹਿਬ ਦੀ ਦੂਸਰੀ ਮੰਜ਼ਲ ਦੀਆਂ ਖਿੜਕੀਆਂ ਵਿੱਚ ਸ਼ੀਸ਼ੇ ਟੁੱਟੇ, ਹਰ ਕੀ ਪੌੜੀ ਉੱਪਰ ਵੀ ਗੋਲੀਆਂ ਦੇ ਨਿਸ਼ਾਨ ਸਨ। ਉਹਨਾਂ ਆਮ ਸ਼ਰਧਾਲੂਆਂ, ਦਮਦਮੀ ਟਕਸਾਲ ਦੇ ਸਿੰਘਾਂ, ਫੈਡਰੇਸ਼ਨ ਦੇ ਸਿੰਘਾਂ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੋਂ ਸ਼ਹੀਦ ਅਤੇ ਜ਼ਖਮੀ ਹੋਏ ਸ਼ਰਧਾਲੂਆਂ ਬਾਰੇ ਜਾਣਕਾਰੀ ਲਈ ਅਤੇ CRPF ਵੱਲੋਂ ਅਚਾਨਕ ਗੋਲੀ ਚਲਾਉਣ ਦੇ ਕਾਰਨਾਂ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ। ਪਰ ਕਿਉਂਕਿ ਇਸ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ ਕਿ CRPF ਨੇ ਗੋਲੀ ਕਿਉਂ ਚਲਾਈ, ਇਸ ਲਈ ਇਸ ਸੰਬੰਧ ਵਿੱਚ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਨਾ ਮਿਲ ਸਕੀ ਕਿ ਕਿਸ ਕਾਰਨ ਗੋਲੀ ਚੱਲੀ ਹੈ। ਇਹ ਪੱਤਰਕਾਰਾਂ ਦਾ ਗਰੁੱਪ ਪਰਿਕਰਮਾ ਵਿੱਚੋਂ ਹੁੰਦਾ ਹੋਇਆ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪਹੁੰਚਿਆ, ਜਿੱਥੇ ਇੱਕ ਤਰ੍ਹਾਂ ਨਾਲ ਮਾਤਮ ਛਾਇਆ ਹੋਇਆ ਸੀ। ਇਹਨਾਂ ਨੇ ਸੰਤ ਲੌਂਗੋਵਾਲ ਅਤੇ ਪ੍ਰਧਾਨ ਟੋਹੜਾ ਕੋਲੋਂ ਇਸ ਬਾਰੇ ਜਾਣਨਾ ਚਾਹਿਆ ਤਾਂ ਉਹਨਾਂ ਨੇ ਵੀ ਪੂਰੀ ਤਰ੍ਹਾਂ ਸਖਤੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਗੋਲੀਬਾਰੀ CRPF ਵੱਲੋਂ ਇੱਕ ਤਰਫੀ ਹੈ। ਤਾਂ ਪੱਤਰਕਾਰਾਂ ਨੇ ਪੁੱਛਿਆ ਕਿ ਇਸ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਅਤੇ ਤੁਸੀਂ ਸਿੱਖ ਕੌਮ ਨੂੰ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਘਿਨੌਨੀ ਕਾਰਵਾਈ ਦੀ ਜਿੰਨੀ ਵੀ ਨਖੇਦੀ ਕੀਤੀ ਜਾਵੇ ਥੋੜ੍ਹੀ ਹੈ ਅਤੇ ਇਸ ਦਾ ਖਾਮਿਆਜ਼ਾ ਵੀ ਕੇਂਦਰ ਸਰਕਾਰ ਨੂੰ ਜ਼ਰੂਰ ਭੁਗਤਣਾ ਪਵੇਗਾ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਇਸ ਸੰਬੰਧ ਵਿੱਚ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕੀਤੀ ਪਰ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ। ਪੱਤਰਕਾਰਾਂ ਨੇ ਫਿਰ ਪੁੱਛਿਆ ਕਿ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਫਿਰ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨਾਲ ਗੱਲਬਾਤ ਕਰਾਂਗੇ, ਕਿਉਂਕਿ ਸਾਡਾ ਧਰਮ ਯੁੱਧ ਮੋਰਚਾ ਪੁਰਅਮਨ ਅਤੇ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ, ਪਰ ਕੇਂਦਰ ਨੇ ਜੋ ਰਾਹ ਇਖਤਿਆਰ ਕੀਤਾ ਹੈ ਇਹ ਸਾਡੇ ਸਬਰ ਦੀ ਪਰਖ ਹੈ, ਜਿਸ ਨੂੰ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ।
ਇਹ ਪੱਤਰਕਾਰ ਵੱਖ-ਵੱਖ ਸੰਗਤਾਂ ਤੋਂ ਪ੍ਰਤੀਕਰਮ ਲੈਂਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਤ ਭਿੰਡਰਾਂ ਵਾਲਿਆਂ ਕੋਲ ਪਹੁੰਚੇ, ਜਿੱਥੇ ਹੋਰ ਵੀ ਬਹੁਤ ਸਾਰੇ ਤਿਆਰ ਪ੍ਰਤਿਆਰ ਸਿੰਘ ਸੰਤਾਂ ਕੋਲ ਮੌਜੂਦ ਸਨ। ਸੰਤਾਂ ਦੇ ਕੁਝ ਸਿੰਘਾਂ ਨੇ ਗੁੱਸੇ ਵਿੱਚ ਇਹਨਾਂ ਪੱਤਰਕਾਰਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹਨਾਂ ਨੂੰ ਗਿਲਾ ਸੀ ਕਿ ਤੁਸੀਂ ਸੰਤਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਜਾਂ ਤਾਂ ਛਾਪਦੇ ਹੀ ਨਹੀਂ ਜਾਂ ਤਰੋੜ ਮਰੋੜ ਕੇ ਛਾਪਦੇ ਹੋ, ਇਸ ਲਈ ਤੁਸੀਂ ਜਾਓ ਅਤੇ ਆਪਣਾ ਕੰਮ ਕਰੋ। ਪਰ ਸੰਤਾਂ ਨੇ ਸਿੰਘਾਂ ਨੂੰ ਕਿਹਾ ਕਿ ਇਹਨਾਂ ਨੂੰ ਆਉਣ ਦਿਓ। ਕਈ ਵਾਰ ਇਹਨਾਂ ਦੀ ਵੀ ਮਜਬੂਰੀ ਹੁੰਦੀ ਹੈ, ਕਿਉਂਕਿ ਇਹਨਾਂ ਨੇ ਤਾਂ ਖਬਰ ਭੇਜਣੀ ਹੁੰਦੀ ਹੈ। ਛਾਪਣੀ ਜਾਂ ਨਾ ਛਾਪਣੀ, ਲਾਉਣੀ ਜਾਂ ਨਾ ਲਾਉਣੀ ਅਖਬਾਰ ਦੇ ਮਾਲਕਾਂ ਦੀ ਮਰਜ਼ੀ ਹੈ। ਇਸ ਤਰ੍ਹਾਂ ਉਹ ਸੰਤਾਂ ਨੂੰ ਮਿਲੇ ਅਤੇ ਦੱਸਿਆ ਕਿ ਕੁਝ ਵਿਅਕਤੀ ਵੱਖ-ਵੱਖ ਅਖਬਾਰਾਂ ਨਾਲ ਸੰਬੰਧਿਤ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਇੱਥੇ ਆਏ ਹਨ। ਇਸ ਉਪਰੰਤ ਪੱਤਰਕਾਰਾਂ ਨੇ ਸੰਤਾਂ ਤੋਂ ਪੁੱਛਿਆ ਕਿ ਇੱਥੋਂ ਦੇ ਹਾਲਾਤ ਕੀ ਹਨ। ਸੰਤਾਂ ਨੇ ਕਿਹਾ, ਤੁਸੀਂ ਵੇਖ ਲਏ ਹਨ, ਕੇਂਦਰ ਸਰਕਾਰ ਦੀ ਫੌਜ ਨੇ ਅੰਧਾਧੁੰਦ ਗੋਲੀ ਚਲਾਈ ਹੈ, ਜਿਸ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਉੱਪਰ ਵੀ ਗੋਲੀਆਂ ਲੱਗੀਆਂ ਹਨ ਅਤੇ ਸ਼ਰਧਾਲੂ ਸੰਗਤਾਂ ਵਿੱਚੋਂ 11 ਸਿੰਘ ਸ਼ਹੀਦ ਹੋ ਗਏ ਹਨ ਅਤੇ ਬਹੁਤ ਸਾਰੇ ਜ਼ਖਮੀ ਹੋ ਗਏ ਹਨ। ਤਾਂ ਇੱਕ ਪੱਤਰਕਾਰ ਨੇ ਦੱਸਿਆ ਕਿ ਅਸੀਂ ਸੰਤ ਲੌਂਗੋਵਾਲ ਅਤੇ ਜਥੇਦਾਰ ਟੋਹੜਾ ਨੂੰ ਮਿਲ ਕੇ ਆਏ ਹਾਂ। ਉਹਨਾਂ ਨੇ ਬੀਤੇ ਕੱਲ੍ਹ ਹੋਈ ਗੋਲੀਬਾਰੀ ਬਾਰੇ ਸਖਤ ਇਤਰਾਜ਼ ਕੀਤਾ ਹੈ। ਅਸੀਂ ਐਸੀ ਘਿਨੌਣੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਨਾ ਹੀ ਸਿੱਖ ਕੌਮ ਬਰਦਾਸ਼ਤ ਕਰੇਗੀ। ਇਹ ਪ੍ਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਦਾ ਖਿਆਲ ਸੀ ਕਿ ਸੰਤ ਜੀ ਅਕਾਲੀ ਆਗੂਆਂ 'ਤੇ ਸਖਤ ਟਿੱਪਣੀ ਕਰਨਗੇ, ਇਸ ਲਈ ਸਭ ਪੱਤਰਕਾਰ ਟਿਕਟਕੀ ਲਗਾ ਕੇ ਸੰਤਾਂ ਵੱਲ ਵੇਖਣ ਲੱਗੇ। ਸੰਤਾਂ ਨੇ ਬੜੀ ਗੰਭੀਰਤਾ ਨਾਲ ਕਿਹਾ ਕਿ ਮੈਂ ਉਹਨਾਂ ਦੇ ਬਿਆਨ ਨਾਲ ਸਹਿਮਤ ਹਾਂ। ਸੰਤਾਂ ਦੇ ਅਜਿਹੇ ਉੱਤਰ ਤੋਂ ਪੱਤਰਕਾਰ ਹੈਰਾਨ ਸਨ। ਫਿਰ ਪੱਤਰਕਾਰਾਂ ਨੇ ਪੁੱਛਿਆ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀ ਘੇਰਾਬੰਦੀ ਸਖਤ ਕੀਤੀ ਜਾ ਰਹੀ ਹੈ, ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਸੰਤਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨੀਅਤ ਮਾੜੀ, ਉਹ ਨੇੜ ਭਵਿੱਖ ਵਿੱਚ ਸ਼੍ਰੀ ਦਰਬਾਰ ਸਾਹਿਬ ਉੱਪਰ ਇਸ ਤੋਂ ਵੱਡੀ ਕਾਰਵਾਈ ਕਰੇਗੀ। ਅਤੇ ਪੱਤਰਕਾਰਾਂ ਨੇ ਪੁੱਛਿਆ ਕਿ ਫਿਰ ਤੁਸੀਂ ਕੀ ਕਰੋਗੇ? ਤਾਂ ਉਹਨਾਂ ਨੇ ਕਿਹਾ ਕਿ ਜਿਹੋ ਜਿਹੀ ਮਨਸ਼ਾ ਨਾਲ ਆਉਣਗੇ ਉਸ ਮੁਤਾਬਕ ਢੁਕਵਾਂ ਉੱਤਰ ਦਿੱਤਾ ਜਾਵੇਗਾ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸਵਾਲ ਕੀਤੇ, ਜਿਸ ਦਾ ਸੰਤਾਂ ਨੇ ਇੱਕੋ ਹੀ ਜਵਾਬ ਦਿੱਤਾ ਕਿ ਸਮੇਂ ਅਨੁਸਾਰ ਤੁਸੀਂ ਸਭ ਕੁਝ ਵੇਖ ਲੈਣਾ ਹੈ। ਮੈਂ ਅੱਜ ਤੋਂ ਕਈ ਮਹੀਨੇ ਪਹਿਲਾਂ ਜੋ ਕੁਝ ਵੀ ਕਹਿੰਦਾ ਆ ਰਿਹਾ ਹਾਂ ਕਿ ਕੇਂਦਰ ਸਰਕਾਰ ਨੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨਾ ਹੈ, ਇਸ ਬਾਰੇ ਮੈਨੂੰ ਕੋਈ ਭੁਲੇਖਾ ਨਹੀਂ। ਹਾਂ, ਹਮਲਾਵਰ ਹੰਕਾਰੀਆਂ ਦਾ ਭੁਲੇਖਾ ਜ਼ਰੂਰ ਕੱਢ ਦਿਆਂਗੇ, ਕਿਉਂਕਿ ਬਾਣੀ ਵਿੱਚ ਵੀ ਫਰਮਾਨ ਆਇਆ ਹੈ, ਸੰਤਨ ਕੀ ਸੁਣ ਸਾਚੀ ਸਾਕੀ, ਸੋ ਬੋਲੇ ਜੋ ਪੇਖੇ ਆਖੀ। ਦਿਨ ਭਰ ਜਥੇ ਦੇ ਸਿੰਘਾਂ ਤੋਂ ਇਲਾਵਾ ਫੈਡਰੇਸ਼ਨ ਦੇ ਸਿੰਘ, ਬੱਬਰ ਖਾਲਸਾ ਜਥੇਬੰਦੀ ਦੇ ਸਿੰਘ ਅਤੇ ਆਮ ਸ਼ਰਧਾਲੂ ਵਿੱਚੋਂ ਵੀ ਬਹੁਤ ਸਾਰੀ ਸੰਗਤ ਸੰਤਾਂ ਨੂੰ ਮਿਲਦੀ ਰਹੀ। ਸ਼ਾਮ ਨੂੰ ਸੰਤਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਉੱਪਰਲੀ ਮੰਜ਼ਲ 'ਤੇ ਜਥੇ ਦੇ ਸਾਰੇ ਸਿੰਘਾਂ ਨੂੰ ਇਕੱਤਰ ਕੀਤਾ, ਜਿਸ ਵਿੱਚ ਫੈਡਰੇਸ਼ਨ ਅਤੇ ਹਜ਼ੂਰ ਸਾਹਿਬ ਤੋਂ ਆਏ ਹੋਏ ਸਿੰਘਾਂ ਦਾ ਜਥਾ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸੀ। ਜਦੋਂ ਸਭ ਸਿੰਘ ਇਕੱਠੇ ਹੋ ਗਏ ਤਾਂ ਸੰਤਾਂ ਨੇ ਬਹੁਤ ਗੰਭੀਰਤਾ ਨਾਲ ਸਿੰਘਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੇ ਨਾਲ ਹਰ ਤਰ੍ਹਾਂ ਦਾ ਸਾਥ ਨਿਭਾਇਆ ਹੈ। ਮੇਰੀ ਉਮੀਦ ਵੀ ਵੱਧ ਸਮੇਂ 'ਤੇ ਤੁਸੀਂ ਆਪੋ ਆਪ ਨੂੰ ਖਤਰੇ ਵਿੱਚ ਪਾਇਆ। ਤੁਹਾਡੇ ਵਿੱਚੋਂ ਬਹੁਤਿਆਂ ਨੇ ਇੱਥੇ ਰਹਿੰਦਿਆਂ ਨਾਮ ਜਪ ਕੇ, ਬਾਣੀ ਪੜ੍ਹ ਕੇ, ਸੇਵਾ ਕਰਕੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਇਕੱਲੇ ਸਿੰਘ ਤੋਂ ਮੈਂ ਅਤ ਪ੍ਰਸੰਨ ਹਾਂ, ਇਸ ਲਈ ਮੈਂ ਬਹੁਤ ਪਿਆਰ ਅਤੇ ਸਤਿਕਾਰ ਨਾਲ ਬੇਨਤੀ ਕਰਨ ਲੱਗਾ ਹਾਂ ਕਿ ਜੋ ਹਾਲਾਤ ਬਣੇ ਹਨ, ਇਸ ਤੋਂ ਸਪਸ਼ਟ ਹੈ ਕਿ ਭਾਰਤ ਸਰਕਾਰ ਲੱਖਾਂ ਫੌਜਾਂ ਭੇਜ ਕੇ ਸ਼੍ਰੀ ਦਰਬਾਰ ਸਾਹਿਬ 'ਤੇ ਬਹੁਤ ਛੇਤੀ ਹਮਲਾ ਕਰੇਗੀ। ਅਜਿਹੇ ਹਾਲਾਤ ਵਿੱਚ ਅਸੀਂ ਥੋੜ੍ਹੇ ਸਿੰਘ ਵੀ ਉਹ ਕੁਝ ਕਾਰਕ ਵਿਖਾਵਾਂਗੇ ਜੋ ਆਪਾਂ ਸਭਨਾਂ ਨੇ ਸੋਚਿਆ ਹੋਇਆ ਹੈ। ਪਰ ਜੇ ਕੋਈ ਵੀ ਸਿੰਘ ਇੱਥੋਂ ਜਾਣਾ ਚਾਹੁੰਦਾ ਹੈ, ਮੈਂ ਦਿਲੋਂ ਖੁਸ਼ੀ ਨਾਲ ਉਸ ਨੂੰ ਸਿਰੋਪਾਓ ਦੇ ਕੇ ਵਿਦਾਇਗੀ ਦੇਵਾਂਗਾ। ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਭਾਈ ਅਮਰੀਕ ਸਿੰਘ ਨੂੰ ਕਿਹਾ ਕਿ ਜੇ ਉਹ ਮੇਰੀ ਬੇਨਤੀ ਮੰਨ ਕੇ ਇੱਥੋਂ ਚਲੇ ਜਾਣ ਤਾਂ ਭਵਿੱਖ ਵਿੱਚ ਨੌਜਵਾਨਾਂ ਦੀ ਸੁਚੱਜੀ ਅਗਵਾਈ ਦੇਖ ਸਕਦੇ ਹਨ। ਇਹ ਗੱਲ ਸੁਣਦਿਆਂ ਭਾਈ ਅਮਰੀਕ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਂਪੁਰਖੋ, ਮੇਰੇ ਕੋਲ ਕੀ ਗੁਨਾਹ ਹੋਇਆ ਹੈ? ਮੇਰੇ ਲਈ ਅਜਿਹੇ ਬਚਨ ਕਿਉਂ ਕਰ ਰਹੇ ਹੋ? ਮੈਂ ਕਿਸੇ ਵੀ ਕੀਮਤ 'ਤੇ ਅਜਿਹੇ ਹਾਲਾਤ ਵਿੱਚੋਂ ਹੁੰਦਿਆਂ ਬਾਹਰ ਨਹੀਂ ਜਾਵਾਂਗਾ। ਤੁਹਾਡੇ ਨਾਲ ਬਚਨ ਹੈ ਕਿ ਸਿਰ ਨਾਲ ਸਾਥ ਨਿਭ ਜਾਵੇ। ਅਕਾਲ ਪੁਰਖ ਵਾਹਿਗੁਰੂ ਇਹ ਬਚਨ ਨਿਭਾ ਦੇਣ। ਇਹ ਗੱਲ ਸੁਣਦਿਆਂ ਹੀ ਭਾਈ ਗੁਰਮੁਖ ਸਿੰਘ ਗੜਵਈ ਨੇ ਜੈਕਾਰਾ ਛੱਡਿਆ ਅਤੇ ਸਭ ਸਿੰਘਾਂ ਨੇ ਉੱਚੀ ਆਵਾਜ਼ ਵਿੱਚ ਜਵਾਬ ਦਿੰਦਿਆਂ ਭਾਈ ਅਮਰੀਕ ਸਿੰਘ ਦੇ ਖਿਆਲਾਂ ਨੂੰ ਪ੍ਰੋੜਤਾ ਕੀਤੀ। ਸੰਤਾਂ ਦੇ ਬਚਨ ਸੁਣਦਿਆਂ ਜਿੱਥੇ ਸਾਰੇ ਸਿੰਘਾਂ ਦੇ ਚਿਹਰੇ 'ਤੇ ਲਾਲੀਆਂ ਸਨ, ਮੁੱਖ ਵਿੱਚ ਸਿਮਰਨ ਸੀ ਅਤੇ ਧਰਮ ਲਈ ਆਪਾ ਬਾਰਨ ਦਾ ਚਾਅ ਹੋਰ ਵੀ ਵੱਧ ਗਿਆ। ਇਸ ਲਈ ਜਦੋਂ ਸੰਤਾਂ ਨੇ ਸਾਂਝੇ ਰੂਪ ਵਿੱਚ ਸਮੁੱਚੇ ਜਥੇ ਨੂੰ ਬੇਨਤੀ ਕੀਤੀ ਕਿ ਕੋਈ ਵੀ ਜਾਣਾ ਚਾਹੁੰਦਾ ਹੈ ਤਾਂ ਇਹ ਨਾ ਸਮਝੋ ਕਿ ਅਸੀਂ ਗੁੱਸੇ ਨਾਲ ਕਹਿ ਰਹੇ ਹਾਂ, ਬਲਕਿ ਪ੍ਰੇਮ ਨਾਲ ਸਿਰੋਪਾਓ ਦੇ ਕੇ ਭਰਾਵਾਂ ਵਾਲੀਆਂ ਜੱਫੀਆਂ ਪਾ ਕੇ ਵਿਦਾਇਗੀ ਦੇਵਾਂਗਾ। ਤਾਂ ਕੋਈ ਵੀ ਸਿੰਘ ਜਾਣ ਤੋਂ ਤਿਆਰ ਹੈ ਤਾਂ ਉਹ ਜਾ ਸਕਦਾ ਹੈ। ਸੰਤਾਂ ਨੇ ਪਹਿਲਾਂ ਹੀ ਸਭ ਸਿੰਘਾਂ ਲਈ ਸਿਰੋਪਾਓ ਮੰਗਾ ਕੇ ਰੱਖੇ ਹੋਏ ਸਨ। ਇਸ ਲਈ ਉਹਨਾਂ ਕਿਹਾ ਕਿ ਇਹ ਸਿਰੋਪਾਓ ਤਾਂ ਇਸ ਲਈ ਮੰਗਵਾਏ ਹਨ ਜਿਹੜੇ ਸਿੰਘ ਜਾਣਾ ਚਾਹੁਣਗੇ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਦਿਆਂਗਾ।
ਪਰ ਤੁਸੀਂ ਜੋ ਸਿਦਕ ਦਿਲੀ ਅਤੇ ਆਪਾ ਵਰਨ ਦੀ ਭਾਵਨਾ ਵਿਖਾਈ ਹੈ, ਇਸ ਤੋਂ ਮੈਂ ਕੋਈ ਅਣਜਾਣ ਨਹੀਂ ਸਾਂ। ਪਰ ਤੁਸੀਂ ਸਮੁੱਚੇ ਸਿੰਘਾਂ ਨੇ ਅੱਜ ਖਾਲਸਾ ਪੰਥ ਦੇ ਜਾਹੋ ਜਲਾਲ ਵਿੱਚ ਹੋਰ ਵਾਧਾ ਕੀਤਾ ਹੈ। ਕੱਲ੍ਹ ਨੂੰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੈ। ਇਸ ਲਈ ਗੁਰਪੁਰਬ ਦੇ ਸੰਬੰਧ ਵਿੱਚ ਸਭ ਸਿੰਘਾਂ ਨੂੰ ਸਰੋਪਾਓ ਦਿੱਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਗੁਰੂ ਸਾਹਿਬ ਦੇ ਗੁਰਪੁਰਬ 'ਤੇ ਸਭ ਸਿੰਘਾਂ ਨੇ ਵੱਧ ਤੋਂ ਵੱਧ ਸੇਵਾ ਕਰਨੀ ਹੈ। ਰਾਗੀ ਸਿੰਘ ਕੀਰਤਨੀਆਂ ਦੀਆਂ ਡਿਊਟੀਆਂ ਨਿਭਾਉਣ, ਬਾਕੀ ਸਿੰਘ ਥਾਂ ਥਾਈਂ ਸੇਵਾ ਕਰਨ। ਇਸ ਤੋਂ ਉਪਰੰਤ ਸੰਤਾਂ ਨੇ ਸਭ ਸਿੰਘਾਂ ਨੂੰ ਸਰੋਪਾਓ ਦਿੱਤੇ। ਇਕੱਲੇ ਨਾਲ ਵਿਸ਼ੇਸ਼ ਤੌਰ 'ਤੇ ਥੋੜ੍ਹੇ ਸਮੇਂ ਲਈ ਗੱਲਬਾਤ ਕੀਤੀ ਅਤੇ ਅਖੀਰ ਵਿੱਚ ਸਿੰਘਾਂ ਨੂੰ ਕਿਹਾ ਕਿ ਕਿਸੇ ਵੀ ਸਿੰਘ ਨੂੰ ਜੋ ਵੀ ਲੋੜ ਹੈ ਹੋਵੇ ਉਹ ਭਾਈ ਸੁਜਾਨ ਸਿੰਘ ਮਨਾਵਾ ਅਤੇ ਜਥੇਦਾਰ ਰਾਮ ਸਿੰਘ ਸੁਲਤਾਨਪੁਰ ਤੋਂ ਪ੍ਰਾਪਤ ਕਰ ਲਵੇ। ਸੰਤਾਂ ਨੇ ਸਿੰਘਾਂ ਨੂੰ ਕਿਹਾ ਕਿ ਇਸ ਗੱਲ ਦਾ ਸਭ ਸਿੰਘਾਂ ਨੂੰ ਪੂਰੀ ਦ੍ਰਿੜਤਾ ਨਾਲ ਖਿਆਲ ਰੱਖਣਾ ਹੈ ਕਿ ਕੋਈ ਵੀ ਹਥਿਆਰਬੰਦ ਸਿੰਘ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਨਾ ਜਾਵੇ, ਕਿਉਂਕਿ ਆਮ ਹਾਲਾਤ ਵਿੱਚ ਤਾਂ ਹਰ ਕੋਈ ਸਿੰਘ ਹਥਿਆਰ ਸਮੇਤ ਸੱਜ ਧੱਜ ਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਜਾ ਸਕਦਾ ਹੈ। ਪਰ ਅਜੋਕੇ ਹਾਲਾਤਾਂ ਵਿੱਚ ਕੋਈ ਵੀ ਸਿੰਘ ਹਥਿਆਰ ਸਮੇਤ ਅੰਦਰ ਘਿਰ ਗਿਆ ਤਾਂ ਇਹ ਸਮਝਿਆ ਜਾਵੇਗਾ ਕਿ ਸਿੰਘਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਲੜਾਈ ਲੜੀ ਹੈ। ਆਪਾਂ ਗੁਰੂ ਦੇ ਹੁਕਮ ਅਨੁਸਾਰ ਮੀਰੀ ਪੀਰੀ ਦੇ ਮਾਲਕ ਵੱਲੋਂ ਸਾਜੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਯੁੱਧ ਲੜਨਾ ਹੈ ਤੇ ਦਿੱਲੀ ਦੇ ਤਖਤ ਵੱਲੋਂ ਚਾੜੀਆਂ ਗਈਆਂ ਫੌਜਾਂ ਦਾ ਮੁਕਾਬਲਾ ਕਰਨਾ ਹੈ। ਸੰਤਾਂ ਤੋਂ ਇਹ ਬਚਨ ਸੁਣਦਿਆਂ ਭਾਈ ਅਮਰੀਕ ਸਿੰਘ ਨੇ ਪੂਰੇ ਜੋਸ਼ ਨਾਲ ਇਹ ਧਾਰਨਾ ਪੜ੍ਹੀ। ਗਗਨ ਦਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਇਸ ਨੂੰ ਸਭ ਸਿੰਘਾਂ ਨੇ ਉੱਚੀ ਆਵਾਜ਼ ਵਿੱਚ ਦੁਹਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।